ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀ ਨੂੰ ਜੋੜਨ ਵਾਸਤੇ ਸਾਡੀ ਪਿਛਲੀ ਵੀਡੀਓ ਜ਼ਰੂਰ ਸੁਣ ਲੈਣਾ ਜੀ। ਰਾਜਾ ਭੀਮ ਚੰਦ ਆਦਿਕ ਪਹਾੜੀਏ ਰਾਜੇ ਆਪਣਾ ਮਾਲੀ ਤੇ ਜਾਨੀ ਨੁਕਸਾਨ ਵੇਖ ਕੇ ਸੋਚਾਂ ਵਿੱਚ ਡੁੱਬ ਗਏ। ਭੀਮ ਚੰਦ ਨੇ ਕਿਹਾ, ਜੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਲੜਾਈ ਹੋਈ ਹੈ ਹੋਰ ਕੁਝ ਦਿਨ ਹੁੰਦੀ ਰਹੀ ਤਾਂ ਸਾਡੀ ਸਾਰੀ ਫੌਜ ਮਰ ਖੱਪ ਜਾਏਗੀ। ਇਹ ਗੱਲ ਸੁਣ ਕੇ ਮੰਡੀ ਦੇ ਰਾਜੇ ਨੇ ਭੀਮ ਚੰਦ ਨੂੰ ਆਖਿਆ ਕਿ ਇਹ ਗੁਰੂ ਘਰ ਹੈ, ਇਸ ਨਾਲ ਬਰਾਬਰੀ ਨਹੀਂ ਹੋ ਸਕਦੀ, ਇਸ ਨਾਲ ਮੇਲ ਕਰਨਾ ਹੀ ਚੰਗਾ ਹੈ। ਇਹ ਕਰਾਮਾਤ ਵਾਲੇ ਹਨ, ਜਿਵੇਂ ਚਾਹਣ ਉਹ ਤੁਰੰਤ ਹੀ ਕਰ ਲੈਂਦੇ ਹਨ। ਇਸ ਉੱਤਰ ਵਿੱਚ ਹੰਡੂਰੀਏ ਹਰੀ ਚੰਦ ਨੇ ਕਿਹਾ, ਇਹ ਰਾਜਨੀਤੀ ਦੀ ਗੱਲ ਹੈ, ਇਸ ਵਿੱਚ ਤਾਂ ਪਿਤਾ ਪੁੱਤਰ ਵੀ ਲੜ ਪੈਂਦੇ ਹਨ। ਜੇ ਅਸਾਂ ਰਾਜ ਛੱਡ ਕੇ ਸਾਧੂ ਬਣ ਜਾਣਾ ਹੋਵੇ ਤਾਂ ਇਹ ਗੱਲ ਸਾਨੂੰ ਫੇਰ ਵਿਚਾਰਨੀ ਚਾਹੀਦੀ ਹੈ। ਹੁਣ ਜਦ ਅਸਾਂ ਗੁਰੂ ਜੀ ਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ ਤਾਂ ਉਹਨਾਂ ਨਾਲ ਲੜਨ ਤੋਂ ਕਿਸ ਤਰ੍ਹਾਂ ਹਟਿਆ ਜਾ ਸਕਦਾ ਹੈ। ਰਾਜਾ ਹਰੀ ਚੰਦ ਦੀ ਇਹ ਗੱਲ ਸੁਣ ਕੇ ਰਾਜਾ ਕੇਸਰੀ ਚੰਦ ਜਸਵਾਲੀਏ ਨੇ ਕਿਹਾ, ਸਿੰਘ ਸਾਡੇ ਅੱਗੇ ਕੀ ਗੱਲ ਹਨ? ਜਦੋਂ ਅਸਾਂ ਸ਼ਸਤਰਾਂ ਦੀ ਮਾਰ ਮਾਰੀ ਉਹ ਸਾਡੇ ਅੱਗੇ ਠਹਿਰ ਨਹੀਂ ਸਕਣਗੇ। ਦਿਨ ਚੜ੍ਹਨ ਨਾਲ ਹੀ ਇਕਮੁੱਠ ਹੋ ਕੇ ਯੁੱਧ ਮਚਾ ਦਿਓ। ਖਾਲਸਾ ਸਾਡੇ ਅੱਗੇ ਕਿੰਨਾ ਕੁ ਚਿਰ ਅੜੇਗਾ? ਨਾ ਉਹਨਾਂ ਪਾਸ ਕੋਈ ਰਾਜ ਹੈ, ਨਾ ਸਾਡੇ ਬਰਾਬਰ ਧਨ ਹੈ, ਫਿਰ ਉਹ ਕਿਸ ਬਲਬੂਤੇ ਸਾਡੇ ਤੋਂ ਅੜ ਕੇ ਆਨੰਦਪੁਰ ਠਹਿਰ ਸਕਣਗੇ। ਭੀਮ ਚੰਦ ਦੇ ਇੱਕ ਵਕੀਲ ਨੇ ਆਖਿਆ ਕਿ ਹੁਣ ਤੁਸੀਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਜੀ ਉੱਤੇ ਚੜ੍ਹਾਈ ਕਰਕੇ ਆਏ ਹੋ। ਜੇ ਤੁਸੀਂ ਹੁਣ ਜੰਗ ਨਾ ਕਰੋਗੇ ਤਾਂ ਤੁਹਾਡੀ ਰਹਿ ਨਹੀਂ ਰਹੇਗੀ। ਛਤਰੀਆਂ ਦਾ ਇਹੀ ਧਰਮ ਹੈ ਕਿ ਆਪਣੀ ਆਨ ਵਾਸਤੇ ਲੜ ਮਰਨਾ। ਜੇ ਜਿੱਤ ਗਏ ਤਾਂ ਇਸ ਦੁਨੀਆ ਦੇ ਸੁੱਖ ਭੋਗ ਲਏ, ਜੇ ਮਰ ਗਏ ਤਾਂ ਸੁਰਗ ਪ੍ਰਾਪਤ ਕਰ ਲਿਆ। ਸੰਸਾਰ ਵਿੱਚ ਯੋਧਿਆਂ ਦਾ ਹੀ ਜਸ ਹੁੰਦਾ ਹੈ। ਲੜਨਾ ਮਰਨਾ ਤੇ ਜੰਗ ਕਰਨੇ ਹੀ ਰਾਜਿਆਂ ਦੇ ਕਰਮ ਕਥਨ ਕੀਤੇ ਜਾਂਦੇ ਹਨ। ਇਉਂ ਸਾਰੀਆਂ ਵਿਚਾਰਾਂ ਸੁਣ ਕੇ ਭੀਮ ਚੰਦ ਨੇ ਕਿਹਾ, ਇਹੀ ਗੱਲ ਠੀਕ ਹੈ ਕਿ ਸਵੇਰੇ ਖਾਲਸਾ ਦਲ ਉੱਤੇ ਹੱਲਾ ਬੋਲ ਦਿੱਤਾ ਜਾਵੇ। ਚਾਰ ਚੁਫੇਰੇ ਤੋਂ ਘੇਰਾ ਪਾ ਕੇ ਅੰਨ ਆਦਿਕ ਕੋਈ ਚੀਜ਼ ਖਾਣ ਪੀਣ ਜਾਂ ਵਰਤਣ ਵਾਲੀ ਅੰਦਰ ਨਾ ਜਾਣ ਦਿਓ ਅਤੇ ਨਾ ਹੀ ਕਿਸੇ ਨੂੰ ਆਨੰਦਪੁਰ ਵਿੱਚੋਂ ਬਾਹਰ ਨਿਕਲਣ ਦਿਓ। ਇਸ ਤਰ੍ਹਾਂ ਘੇਰਾ ਪਾ ਕੇ ਤੰਗ ਕਰ ਦਿਓਗੇ ਤਾਂ ਫੇਰ ਵੇਖਾਂਗੇ ਸਿੰਘ ਕਿਸ ਤਰ੍ਹਾਂ ਸਾਡੇ ਹੱਥੋਂ ਨਹੀਂ ਮਰਨਗੇ। ਇਹਨਾਂ ਵਿਚਾਰਾਂ ਉਪਰੰਤ ਜਦ ਰਾਤ ਬੀਤ ਗਈ ਤਾਂ ਦਿਨ ਚੜ੍ਹੇ। ਦੋਹਾਂ ਪਾਸਿਆਂ ਤੋਂ ਜੰਗ ਦੇ ਨਗਾਰੇ ਵੱਜ ਗਏ। ਰਾਜਿਆਂ ਦੀ ਫੌਜ ਨੇ ਆਣ ਕੇ ਆਨੰਦਪੁਰ ਨੂੰ ਘੇਰਾ ਪਾ ਲਿਆ। ਗੁਰੂ ਜੀ ਨੇ ਉਹਨਾਂ ਉੱਤੇ ਆਪਣੀ ਇੱਕ ਭਾਰੀ ਬੰਦੂਕ ਚਲਾ ਦਿੱਤੀ ਅਤੇ ਸਿੰਘਾਂ ਨੇ ਤੋਪਾਂ ਅਤੇ ਬੰਦੂਕਾਂ ਦੀਆਂ ਗੋਲੀਆਂ ਦੀ ਦੁਸ਼ਮਣ ਦਲਾਂ ਉੱਤੇ ਵਰਖਾ ਕੀਤੀ, ਜਿਸ ਨਾਲ ਪਹਾੜੀ ਸੈਨਾ ਆਨੰਦਪੁਰ ਤੋਂ ਦੂਰ ਹਟ ਗਈ। ਖਾਲਸਾ ਜੀ ਨੇ ਆਪਣੇ ਮੋਰਚੇ ਸੰਭਾਲ ਲਏ ਅਤੇ ਬੰਦੂਕਾਂ ਤੋਪਾਂ ਦੇ ਵਾਰ ਦੁਸ਼ਮਣਾਂ ਨੂੰ ਤੱਕ ਕੇ ਮਾਰਨ ਲੱਗੇ, ਜਿਸ ਨਾਲ ਪਹਾੜੀਆਂ ਦੇ ਬਹੁਤ ਆਦਮੀ ਮਾਰੇ ਗਏ ਅਤੇ ਬਹੁਤ ਫੱਟੜ ਹੋ ਗਏ। ਦੁਪਹਿਰ ਤੱਕ ਇਸ ਤਰ੍ਹਾਂ ਦੀ ਘਮਸਾਨ ਦੀ ਲੜਾਈ ਹੁੰਦੀ ਰਹੀ, ਜਿਸ ਵਿੱਚ ਬੇਅੰਤ ਮੌਤਾਂ ਹੋ ਗਈਆਂ। ਦੁਪਹਿਰ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਵੀ ਸਿੰਘਾਂ ਨਾਲ ਤਿਆਰ ਹੋ ਕੇ ਰਣਜੀਤ ਨਗਾਰਾ ਵਜਾ ਕੇ ਯੁੱਧ ਵਿੱਚ ਆ ਗਰਜੇ। ਆਪ ਜੀ ਦੇ ਨਾਲ ਭਾਈ ਉਦੇ ਸਿੰਘ, ਦਇਆ ਸਿੰਘ, ਭਾਈ ਮੋਹਕਮ ਸਿੰਘ, ਆਲਮ ਸਿੰਘ, ਬਚਿੱਤਰ ਸਿੰਘ, ਮਾਨ ਸਿੰਘ, ਸੇਵਾ ਸਿੰਘ, ਮਝੈਲ ਤੇ ਦੁਨੀ ਚੰਦ ਆਦਿਕ ਵੱਡੇ ਯੋਧੇ ਵੀ ਯੁੱਧ ਵਿੱਚ ਸ਼ਾਮਲ ਹੋ ਗਏ। ਜਦ ਦੋਵੇਂ ਦਲ ਸ਼ਸਤਰ ਲੈ ਕੇ ਆਮੋ ਸਾਹਮਣੇ ਖੜੇ ਹੋਏ ਤਾਂ ਕਈ ਥਾਵਾਂ ਤੇ ਇੱਧਰ ਉੱਧਰ ਲੜਾਈ ਹੋਣ ਲੱਗ ਪਈ। ਅਜੀਤ ਸਿੰਘ ਨੇ ਵੈਰੀਆਂ ਉੱਤੇ ਤੀਰਾਂ ਦੀ ਬਹੁਤ ਵਰਖਾ ਕੀਤੀ, ਜਿਨ੍ਹਾਂ ਨਾਲ ਪਹਾੜੀਆਂ ਦੇ ਅਨੇਕਾਂ ਸੈਨਿਕ ਵਿੰਨੇ ਗਏ ਅਤੇ ਕਈ ਪ੍ਰਾਣ ਤਿਆਗ ਕੇ ਪ੍ਰਿਥਵੀ ਤੇ ਲੇਟ ਗਏ। ਇਸ ਘਮਸਾਨ ਵਿੱਚ ਜਦ ਅਜੀਤ ਸਿੰਘ ਦਾ ਘੋੜਾ ਸ਼ਹੀਦ ਹੋ ਗਿਆ ਤਾਂ ਆਪ ਜੀ ਪੈਰਾਂ ਉੱਤੇ ਖੜੇ ਹੋ ਕੇ ਹੀ ਦੂਸਰਾ ਘੋੜਾ ਆਉਣ ਤੱਕ ਬਾਣ ਚਲਾਉਂਦੇ ਰਹੇ। ਫਿਰ ਸਾਰੇ ਯੋਧਿਆਂ ਨੇ ਇਕੱਠੇ ਹੋ ਕੇ ਇੱਕ ਵਾਰ ਤੀਰਾਂ, ਤਲਵਾਰਾਂ, ਨੇਜਿਆਂ ਤੇ ਬੰਦੂਕਾਂ ਨਾਲ ਵੈਰੀਆਂ ਉੱਤੇ ਹੱਲਾ ਬੋਲ ਦਿੱਤਾ। ਪਹਾੜੀਏ ਪਿੱਠ ਦੇ ਕੇ ਭੱਜੇ ਗਏ ਅਤੇ ਡਰਦੇ ਹੋਏ ਕਿਸੇ ਨੇ ਪਿੱਛੇ ਪਰਤ ਕੇ ਨਾ ਵੇਖਿਆ। ਆਪਣੀ ਸੈਨਾ ਦੀ ਭਾਂਜ ਵੇਖ ਕੇ ਕੇਸਰੀ ਚੰਦ 1000 ਕੁ ਯੋਧਿਆਂ ਨੂੰ ਨਾਲ ਲੈ ਕੇ ਖਾਲਸਾ ਫੌਜ ਉੱਤੇ ਬੜੇ ਜ਼ੋਰ ਦੇ ਵਾਰ ਕਰਨ ਲੱਗਾ, ਪਰ ਖਾਲਸਾ ਰਤਾ ਭਰ ਵੀ ਆਪਣੇ ਪੈਰਾਂ ਤੋਂ ਨਾ ਹਿੱਲਿਆ। ਡਟ ਕੇ ਟਾਕਰਾ ਕਰਕੇ ਕੇਸਰੀ ਚੰਦ ਦੇ ਯੋਧਿਆਂ ਨੂੰ ਮਾਰ ਕੇ ਭਜਾ ਦਿੱਤਾ। ਇਸ ਸਮੇਂ ਸੂਰਜ ਛਿਪ ਗਿਆ ਅਤੇ ਰਾਤ ਪੈ ਗਈ। ਖਾਲਸਾ ਜੀ ਜਿੱਤ ਪ੍ਰਾਪਤ ਕਰਕੇ ਜੈਕਾਰਾ ਛੱਡਦਾ ਹੋਇਆ ਫੱਟੜਾਂ ਦੀ ਸੰਭਾਲ ਕਰਕੇ ਆਪਣੇ ਮੋਰਚਿਆਂ ਵਿੱਚ ਆ ਗਿਆ। ਭੀਮ ਚੰਦ ਆਪਣੇ ਮਾਰੇ ਗਏ ਬਹੁਤ ਸਾਰੇ ਜਵਾਨਾਂ ਨੂੰ ਵੇਖ ਕੇ ਬਹੁਤ ਚਿੰਤਾਤੁਰ ਹੋ ਕੇ ਝੂਰਨ ਲੱਗਾ ਕਿ ਜੇ ਐਵੇਂ ਹੀ ਰੋਜ਼ ਹੁੰਦਾ ਰਿਹਾ ਤਾਂ ਫਿਰ ਸਾਡੀ ਜਿੱਤ ਦੀ ਕੋਈ ਆਸ ਨਹੀਂ ਹੋ ਸਕਦੀ। ਇਹ ਸੋਚਾਂ ਸੋਚ ਕੇ ਭੀਮ ਚੰਦ ਨੇ ਆਪਣੇ ਆਦਮੀਆਂ ਦਾ ਪਹਿਰਾ
ਤਕੜਾ ਕਰ ਦਿੱਤਾ ਕਿ ਕੋਈ ਵੀ ਸਿੰਘ ਬਾਹਰੋਂ ਰਸਦ ਲੈ ਕੇ ਗੁਰੂ ਜੀ ਪਾਸ ਅੰਦਰ ਨਾ ਜਾਵੇ। ਇੱਧਰ ਸਤਿਗੁਰ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਹੋਰ ਯੋਧਿਆਂ ਦੇ ਕਾਰਨਾਮੇ ਸੁਣ ਕੇ ਬੜੇ ਪ੍ਰਸੰਨ ਹੋਏ। ਫੱਟੜਾਂ ਦੀ ਮਰਮ ਪੱਟੀ ਕਰਕੇ ਸਭ ਸਿੰਘਾਂ ਨੂੰ ਕੜਾਹ ਪ੍ਰਸ਼ਾਦ ਦੇ ਖੁੱਲੇ ਗੱਫੇ ਵਰਤਾਏ ਗਏ। ਇਸ ਯੁੱਧ ਵਿੱਚ ਉਦੇ ਸਿੰਘ, ਆਲਮ ਸਿੰਘ ਅਤੇ ਕਈ ਹੋਰ ਸਿੰਘ ਫੱਟੜ ਹੋ ਗਏ ਅਤੇ ਕਈ ਸਿੰਘ ਸ਼ਹੀਦ ਹੋ ਕੇ ਗੁਰਪੁਰੀ ਨੂੰ ਸੁਧਾਰ ਗਏ। ਰਾਤ ਸਭ ਨੇ ਮੋਰਚਿਆਂ ਵਿੱਚ ਆਪਣੀ ਤਕੜਾਈ ਰੱਖ ਕੇ ਆਰਾਮ ਕੀਤਾ। ਜਦ ਦਿਨ ਚੜ੍ਹਿਆ ਤਾਂ ਫੇਰ ਜੰਗ ਦੇ ਢੋਲ ਨਗਾਰੇ ਵੱਜਣ ਲੱਗ ਪਏ, ਜਿਨ੍ਹਾਂ ਨੂੰ ਸੁਣ ਕੇ ਸੂਰਮਿਆਂ ਦੇ ਮਨ ਵੈਰੀ ਨਾਲ ਯੁੱਧ ਕਰਨ ਵਾਸਤੇ ਉਤਸ਼ਾਹ ਨਾਲ ਭਰ ਗਏ। ਆਸਾ ਦੀ ਵਾਰ ਦਾ ਭੋਗ ਪਿਆ, ਅਰਦਾਸਾ ਹੋਇਆ, ਕੜਾਹ ਪ੍ਰਸ਼ਾਦ ਵਰਤਿਆ ਤੇ ਗੁਰੂ ਫਤਿਹ ਬੁਲਾ ਕੇ ਖਾਲਸਾ ਜੀ ਤਿਆਰ ਬਰ ਤਿਆਰ ਹੋ ਕੇ ਮੋਰਚਿਆਂ ਵਿੱਚ ਡਟ ਗਿਆ। ਤੇ ਜਦ ਵੀ ਕੋਈ ਪਹਾੜੀਆ ਆਪਣੇ ਮੋਰਚੇ ਵਿੱਚੋਂ ਸਿਰ ਚੁੱਕਦਾ, ਤਤ ਛਿਨ ਹੀ ਸਿੰਘ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਦੂਸਰੇ ਜਹਾਨ ਭੇਜ ਦਿੰਦੇ। ਇਸ ਤਰ੍ਹਾਂ ਪਹਾੜੀਏ ਸਿੰਘਾਂ ਦੀ ਮਾਰ ਤੋਂ ਡਰ ਕੇ ਕੋਈ ਵੀ ਆਪਣੇ ਮੋਰਚੇ ਵਿੱਚੋਂ ਬਾਹਰ ਨਿਕਲਣ ਦਾ ਹੀਆ ਨਾ ਕਰਦੇ। ਇੱਕ ਦਿਨ ਬੜੀ ਅੰਧੇਰੀ ਰਾਤ ਦੇ ਸਮੇਂ ਸਿੰਘਾਂ ਨੇ ਸਲਾਹ ਕਰਕੇ ਭੀਮ ਚੰਦ ਦੇ ਉਸ ਮੋਰਚੇ ਉੱਤੇ, ਜਿਸ ਵਿੱਚ ਉਸ ਦੇ ਬੜੇ ਯੋਧੇ ਸਨ, ਤਲਵਾਰਾਂ, ਨੇਜਿਆਂ ਅਤੇ ਬਰਸ਼ਿਆਂ ਨਾਲ ਹੱਲਾ ਬੋਲ ਕੇ ਕਟਾ ਵੱਢ ਕਰ ਦਿੱਤੀ। ਥੋੜੇ ਸਮੇਂ ਵਿੱਚ ਹੀ ਸਿੰਘਾਂ ਨੇ ਉਹਨਾਂ ਦੀ ਲੋਥ ਤੇ ਲੋਥ ਚੜਾ ਦਿੱਤੀ। ਬੇਅੰਤ ਪਹਾੜੀ ਸੈਨਾ ਮਾਰੀ ਗਈ ਅਤੇ ਜਿਹੜੇ ਰਾਤ ਦੇ ਹਨੇਰੇ ਵਿੱਚ ਭੱਜ ਸਕੇ ਉਹ ਭੱਜ ਗਏ। ਜਦ ਇਸ ਦੀ ਖਬਰ ਰਾਜਾ ਭੀਮ ਚੰਦ ਅਤੇ ਹਰੀ ਚੰਦ ਹੰਡੂਰੀਏ ਨੂੰ ਹੋਈ ਤਾਂ ਉਹਨਾਂ ਨੇ ਆਪਣੇ ਹੋਰ ਯੋਧੇ ਸਿੰਘਾਂ ਦਾ ਟਾਕਰਾ ਕਰਨ ਵਾਸਤੇ ਭੇਜੇ, ਪਰ ਉਹ ਵਿਚਾਰੇ ਡਰਦੇ ਦੂਰ ਹੀ ਖੜੇ ਰਹੇ। ਸਿੰਘਾਂ ਦੇ ਨੇੜੇ ਨਾ ਆਏ। ਇਸ ਤਰ੍ਹਾਂ ਸਿੰਘ ਵੈਰੀ ਦਲਾਂ ਦਾ ਨਾਸ਼ ਕਰਕੇ ਜੈਕਾਰੇ ਛੱਡਦੇ ਹੋਏ ਅਨੰਦਪੁਰ ਅੰਦਰ ਆ ਗਏ। ਜਦ ਦਿਨ ਚੜ੍ਹਿਆ ਤਾਂ ਭੀਮ ਚੰਦ ਇਹ ਵੇਖ ਕੇ ਬੜਾ ਹੈਰਾਨ ਅਤੇ ਸ਼ੋਕਾਤਰ ਹੋਇਆ ਕਿ ਉਸ ਦੇ ਮੋਰਚੇ ਦਾ ਕੋਈ ਵੀ ਸੂਰਮਾ ਸਿੰਘਾਂ ਨੇ ਜਿਉਂਦਾ ਨਹੀਂ ਸੀ ਛੱਡਿਆ। ਬਿਨਾਂ ਜੰਗ ਤੋਂ ਹੀ ਸਭ ਮਾਰ ਖਪਾਏ ਹਨ। ਭੀਮ ਚੰਦ ਦੇ ਮਨ ਵਿੱਚ ਬੜਾ ਡਰ ਪੈਦਾ ਹੋ ਗਿਆ ਅਤੇ ਉਸਨੇ ਆਪਣੀ ਸੈਨਾ ਨੂੰ ਹੁਕਮ ਦੇ ਦਿੱਤਾ ਕਿ ਅੱਗੇ ਤੋਂ ਰਾਤ ਨੂੰ ਕੋਈ ਨਾ ਸੌਂਵਿਆ ਕਰੇ, ਤਕੜੇ ਹੋ, ਸਭ ਵਾਰੀ-ਵਾਰੀ ਪਹਿਰਾ ਦਿਆ ਕਰੋ। ਭੀਮ ਚੰਦ ਸੋਚੀ ਪੈ ਗਿਆ ਕਿ ਸਾਨੂੰ ਲੜਾਈ ਕਰਦਿਆਂ ਨੂੰ ਬਹੁਤ ਦਿਨ ਹੋ ਗਏ। ਸਿੰਘ ਪਹਿਲਾਂ ਨਾਲੋਂ ਵੀ ਅਨੰਦਪੁਰ ਵਿੱਚ ਬਹੁਤੇ ਇਕੱਠੇ ਹੋ ਗਏ ਹਨ ਅਤੇ ਮੇਰੀ ਸੈਨਾ ਮਰਦੀ ਜਾ ਰਹੀ ਹੈ। ਸਿੰਘ ਆਕੀ ਹੋਏ ਬੈਠੇ ਹਨ, ਸਾਡੇ ਪਾਸੋਂ ਮਾਰੇ ਨਹੀਂ ਜਾਂਦੇ। ਖਾਣ ਪੀਣ ਤੋਂ ਵੀ ਇਹ ਤੰਗ ਨਹੀਂ ਹੋਏ। ਸਭ ਕੁਝ ਇਹਨਾਂ ਨੂੰ ਪਹੁੰਚ ਰਿਹਾ ਹੈ। ਦਾਰੂ, ਸਿੱਕਾ, ਸ਼ਸਤਰ ਵੀ ਇਹਨਾਂ ਨੂੰ ਬਾਹਰੋਂ ਪਹੁੰਚ ਰਹੇ ਹਨ। ਹੁਣ ਇਹ ਪਹਿਲਾਂ ਨਾਲੋਂ ਤਕੜੇ ਹਨ। ਇਸ ਗੱਲ ਤੋਂ ਇਹੀ ਸਿੱਧ ਹੁੰਦਾ ਹੈ ਕਿ ਅਨੰਦਪੁਰ ਖਾਲੀ ਕਰਾਉਣ ਦੀ ਥਾਂ ਮੈਨੂੰ ਆਪ ਹੀ ਇੱਥੋਂ ਭੱਜਣਾ ਪਵੇਗਾ। ਜੇ ਹੁਣ ਮੈਂ ਫੌਜ ਮਰਵਾ ਕੇ ਪਿੱਛੇ ਹਟ ਜਾਵਾਂ ਤਾਂ ਮੇਰੀ ਬਹੁਤ ਨਮੋਸ਼ੀ ਹੋਵੇਗੀ। ਇਸ ਤਰ੍ਹਾਂ ਪਛਤਾਉਂਦਿਆਂ ਨੂੰ ਹੀ ਰਾਤ ਬੀਤ ਗਈ ਤਾਂ ਅੰਮ੍ਰਿਤ ਵੇਲਾ ਹੋ ਗਿਆ। ਜਦ ਦਿਨ ਚੜ੍ਹਿਆ ਤਾਂ ਭੀਮ ਚੰਦ ਨੇ ਸਾਰਿਆਂ ਰਾਜਿਆਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਸਾਨੂੰ 1 ਮਹੀਨੇ ਤੋਂ ਉੱਪਰ ਇੱਥੇ ਆਇਆਂ ਨੂੰ ਹੋ ਗਿਆ ਹੈ। ਅਸੀਂ ਗੁਰੂ ਜੀ ਨੂੰ ਅਨੰਦਪੁਰ ਚੋਂ ਕੱਢਣ ਆਏ ਸਾਂ, ਪਰ ਸਾਡੇ ਪਾਸੋਂ ਅਜੇ ਤੱਕ ਉਹਨਾਂ ਦੀ ਲੋਹਗੜ੍ਹ ਦੀ ਗੜੀ ਵੀ ਨਹੀਂ ਛੁਡਾਈ ਜਾ ਸਕੀ। ਹਜ਼ਾਰਾਂ ਸਾਡੇ ਯੋਧੇ ਗੁਰੂ ਨੇ ਮਾਰ ਖਪਾਏ ਹਨ। ਹੁਣ ਕਿਹੜਾ ਮੂੰਹ ਲੈ ਕੇ ਘਰ ਜਾਓਗੇ? ਸਾਨੂੰ ਹੋਰ ਜਗਤ ਕੀ ਆਖੇਗਾ? ਇੱਕ ਗੁਰੂ ਹੈ ਜਿਸ ਪਾਸ ਨਾ ਕੋਈ ਦੇਸ਼ ਹੈ, ਨਾ ਕੋਈ ਫੌਜ ਹੈ। ਉਸਨੇ ਇੱਕ ਨਵਾਂ ਪੰਥ ਰਚਿਆ ਹੈ। ਅਸੀਂ ਸਾਰੇ ਪਹਾੜੀ ਰਾਜੇ ਥੱਕ ਹਾਰੇ ਹਾਂ। ਸਾਡੇ ਪਾਸੋਂ ਕੋਈ ਉਪਾਅ ਨਹੀਂ ਬਣਿਆ ਜਿਸ ਨਾਲ ਅਸੀਂ ਗੁਰੂ ਨੂੰ ਅਨੰਦਪੁਰ ਚੋਂ ਕੱਢਣ ਵਿੱਚ ਸਫਲ ਹੋ ਸਕੀਏ। ਇਸ ਨਾਲੋਂ ਤਾਂ ਇਹ ਗੱਲ ਚੰਗੀ ਸੀ ਕਿ ਅਸੀਂ ਗੁਰੂ ਨਾਲ ਲੜਦੇ ਹੀ ਨਾ, ਜਿਸ ਨਾਲ ਸਾਡਾ ਭਰਮ ਬਣਿਆ ਰਹਿੰਦਾ। ਤੁਸੀਂ ਸਾਰੇ ਕੋਈ ਉਹ ਗੱਲ ਸੋਚੋ ਜਿਸ ਨਾਲ ਸਾਡੀ ਲਾਜ ਰਹਿ ਜਾਵੇ। ਭੀਮ ਚੰਦ ਪਾਸੋਂ ਇਹ ਗੱਲ ਸੁਣ ਕੇ ਕੇਸਰੀ ਚੰਦ ਜਸਵਾਲੀਏ ਨੇ ਕ੍ਰੋਧ ਨਾਲ ਆਖਿਆ ਕਿ ਚਿੰਤਾ ਨਾ ਕਰੋ, ਹੁਣ ਤੁਸੀਂ ਮੇਰੇ ਹੱਥ ਵੇਖਣੇ। ਮੈਂ ਲੋਹਗੜ੍ਹ ਦੀ ਗੜੀ, ਜਿਸ ਨੂੰ ਤੁਸੀਂ ਕਠੋਰ ਕਹਿੰਦੇ ਹੋ, ਉਹ ਕਾਗਜ਼ ਦੇ ਰੇਤ ਵਾਂਗੂ ਤੋੜ ਦਿਆਂਗਾ। ਤੁਸੀਂ ਅਨੰਦਪੁਰ ਦਾ ਘੇਰਾ ਛੱਡ ਕੇ ਸਾਰੀ ਫੌਜ ਮੇਰੇ ਨਾਲ ਕਰ ਦਿਓ। ਸਾਡੇ ਬਲਵਾਨ ਤੇ ਮਸਤ ਹਾਥੀ ਕਿਸ ਕੰਮ ਵਾਸਤੇ ਹਨ? ਸਾਹਮਣੇ ਹੋ ਕੇ ਕਿਲੇ ਦਾ ਦਰਵਾਜ਼ਾ ਤੋੜ ਦੇਣਗੇ। ਸਿੰਘ ਕਿੰਨੇ ਕੁ ਸਾਡੇ ਨਾਲ ਅੜਨਗੇ। ਜਦੋਂ ਸਾਡੇ ਹੱਥੋਂ ਮਰਨ ਲੱਗੇ ਤਾਂ ਭੱਜ ਜਾਣਗੇ। ਤੁਸੀਂ ਸਭ ਕੋਈ ਮੇਰਾ ਯੁੱਧ ਹੁੰਦਾ ਵੇਖਣਾ। ਕੇਸਰੀ ਚੰਦ ਤੇ ਹੋਰ ਰਾਜਿਆਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੰਡੀ ਦੇ ਰਾਜੇ ਨੇ ਕਿਹਾ, ਤੁਹਾਡੇ ਪਾਸੋਂ ਗੁਰੂ ਘਰ ਦੀ ਬਰਾਬਰੀ ਨਹੀਂ ਹੋ ਸਕਦੀ। ਚੰਗੀ ਗੱਲ ਇਹੀ ਹੈ ਕਿ ਹੁਣ ਵੀ ਗੁਰੂ ਜੀ ਨਾਲ ਸੁਲ੍ਹਾ ਕਰ ਲਵੋ ਅਤੇ ਸੁੱਖ ਨਾਲ ਆਪੋ ਆਪਣੇ ਘਰ ਜਾ ਕੇ ਰਾਜ ਕਰੋ। ਪਰ ਕੇਸਰੀ ਚੰਦ ਇਸ ਦੀ ਇਹ ਗੱਲ ਸੁਣ ਕੇ ਹੋਰ ਵੀ ਗੁੱਸੇ ਨਾਲ ਭੜਕ ਕੇ ਕਹਿਣ ਲੱਗਾ, ਇਹ ਕਾਇਰਾਂ ਵਾਲੀ ਮੱਤ ਸਾਨੂੰ ਕੀ ਦੇਣ ਲੱਗੇ ਹੋ? ਤੂੰ ਗੁਰੂ ਦਾ ਪੱਖੀ ਜਾਪਦਾ ਹੈ। ਕੱਲ ਦਿਨ ਚੜ੍ਹੇ ਤੁਸੀਂ ਮੇਰੇ ਹੱਥ ਵੇਖਣਾ। ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਹੀ ਲੋਹਗੜ੍ਹ ਨੂੰ ਨਾ ਤੋੜਿਆ
ਤਾਂ ਮੈਨੂੰ ਆਪਣੇ ਪਿਓ ਦਾ ਪੁੱਤਰ ਨਾ ਸਮਝਣਾ। ਮੈਂ ਫੇਰ ਕਦੇ ਵੀ ਆਪਣਾ ਮੂੰਹ ਰਾਜਿਆਂ ਵਿੱਚ ਨਹੀਂ ਵਿਖਾਵਾਂਗਾ। ਮੈਂ ਆਪਣੀ ਇਸ ਪ੍ਰਤਿੱਗਿਆ ਤੋਂ ਪਿੱਛੇ ਹਟਾਂ ਤਾਂ ਮੈਨੂੰ ਸਾਲਗ ਰਾਮ ਦੀ ਸਹੁੰ ਅਥਵਾ ਗਊ ਹੱਤਿਆ ਦਾ ਪਾਪ ਲੱਗੇ। ਕੇਸਰੀ ਚੰਦ ਦੀ ਇਹ ਪ੍ਰਤਿੱਗਿਆ ਸੁਣ ਕੇ ਭੀਮ ਚੰਦ ਬੜਾ ਖੁਸ਼ ਹੋਇਆ ਅਤੇ ਉਸ ਸਮੇਂ ਹੀ ਫੌਜਾਂ ਨੂੰ ਕਿਲੇ ਦਾ ਘੇਰਾ ਛੱਡ ਕੇ ਇਕੱਠੇ ਹੋ ਕੇ ਜੰਗ ਕਰਨ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਦੂਸਰੇ ਦਿਨ ਹੀ ਕੇਸਰੀ ਚੰਦ ਨੇ ਆਪਣੇ ਵੱਡੇ ਹਾਥੀ ਨੂੰ ਸ਼ਰਾਬ ਦੇ ਮੱਟ ਪਿਆ ਕੇ ਮਸਤ ਕਰ ਦਿੱਤਾ ਅਤੇ ਹੋਰ ਵੀ ਸਾਰੀਆਂ ਲੋੜੀਂਦੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ। ਸੰਗਤ ਜੀ, ਬਾਕੀ ਦਾ ਭਾਗ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।